ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਮਾਈ ਚੈਨਲ ਆਲ ਇਨ ਵਨ ਵਿਦ ਰੁਪਿੰਦਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਸਟੈਟ ਨਾਲ ਰਿਲੇਟਡ ਵੀਡੀਓਜ਼ ਨੇ ਜਿਹੜੀਆਂ ਉਹ ਆਪਣੇ ਚੈਨਲ ਦੇ ਉੱਪਰ ਪੋਸਟ ਕਰਦੇ ਹੈਗੇ ਆ, ਜੋ ਇਕਨੋਮਿਕਸ ਨਾਲ ਰਿਲੇਟਡ ਵੀ ਹੈਗਾ ਆ ਔਰ ਤੁਹਾਨੂੰ ਬੀਐਡ ਦੇ ਵਿੱਚ ਜਾਂ UGC ਨੈਟ ਦੇ ਵਿੱਚ ਵੀ ਤੁਹਾਨੂੰ ਉਹ ਚੀਜ਼ਾਂ ਨੇ ਜਿਹੜੀਆਂ ਉਹ ਕੰਮ ਆਉਂਦੀਆਂ ਨੇ। ਸੋ ਅੱਜ ਤੋਂ ਆਪਾਂ ਇੱਕ ਨਵੀਂ ਸੀਰੀਜ਼ ਹੈ ਜਿਹੜੀ ਉਹ ਸਟਾਰਟ ਕਰਾਂਗੇ, ਦੈਟ ਇਜ਼ ਮਾਈਕਰੋ ਇਕਨੋਮਿਕਸ ਐਂਡ ਮੈਕਰੋ ਇਕਨੋਮਿਕਸ। ਜੋ ਟੌਪਿਕ ਨੇ ਉਹ ਤੁਹਾਡੇ ਗ੍ਰੈਜੂਏਸ਼ਨ ਦੇ ਨਾਲ +1 +2 ਆਰਟਸ ਕਮਰਸ ਨਾਲ ਰਿਲੇਟਡ ਹੋਣਗੇ ਐਂਡ ਫਰਦਰ ਜੋ ਇਕਨੋਮਿਕਸ ਲੈਕਚਰ ਦਾ ਐਗਜ਼ਾਮ ਹੈ ਉਹਦੇ ਵਿੱਚ ਵੀ ਇਹ ਸਿਲੇਬਸ ਹੈ ਜਿਹੜਾ ਤੁਹਾਨੂੰ ਉਹ ਹੈਲਪਫੁਲ ਰਹੇਗਾ। ਸੋ ਅੱਜ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦੀ ਸੀਰੀਜ਼ ਦਾ ਮਾਈਕਰੋ ਇਕਨੋਮਿਕਸ ਦਾ ਪਹਿਲਾ ਟੌਪਿਕ, ਦੈਟ ਇਜ਼ ਸੈਂਟਰਲ ਪ੍ਰੋਬਲਮ ਆਫ ਐਨ ਇਕੋਨਮੀ। ਸੋ ਸੈਂਟਰਲ ਪ੍ਰੋਬਲਮ ਕੀ ਹੁੰਦੀ ਹੈ ਦੋਸਤੋ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਪਣੀ ਇਕੋਨਮੀ ਦੇ ਵਿੱਚ ਸਾਡੀਆਂ ਜ਼ਰੂਰਤਾਂ ਨੇ ਜਿਹੜੀਆਂ ਹਰ ਇੱਕ ਬੰਦੇ ਦੀਆਂ ਬਹੁਤ ਜ਼ਿਆਦਾ ਨੇ ਔਰ ਸਾਡੇ ਕੋਲ ਸਾਧਨ ਨੇ ਜਿਹੜੇ ਉਹ ਲਿਮਟਡ ਹੁੰਦੇ ਨੇ। ਸੋ ਉਹਨਾਂ ਦੇ ਕਰਕੇ ਅਸੀਂ ਜਿਹੜੀ ਪ੍ਰੋਪਰ ਇਨਕਮ ਡਿਸਟਰੀਬਿਊਸ਼ਨ ਹੈ ਜਿਹੜੀ ਉਹ ਨਹੀਂ ਹੋ ਪਾਉਂਦੀ, ਜਾਂ ਸਾਧਨਾਂ ਦਾ ਪੂਰਾ ਯੂਜ਼ ਹੈ ਜਿਹੜਾ ਰਿਸੋਰਸਿਸ ਦਾ ਉਹ ਨਹੀਂ ਹੋ ਪਾਉਂਦਾ, ਜਿਸ ਕਰਕੇ ਇਕੋਨਮੀ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ। ਪ੍ਰੋਡਕਸ਼ਨ ਨੂੰ ਲੈ ਕੇ ਪ੍ਰੋਬਲਮਸ ਹੋ ਸਕਦੀਆਂ ਨੇ, ਡਿਸਟਰੀਬਿਊਸ਼ਨ ਨੂੰ ਲੈ ਕੇ ਜਿਹਨੂੰ ਅਸੀਂ ਵੰਡ ਕਹਿ ਦਿੰਦੇ ਹਾਂ ਉਹਦੇ ਨਾਲ ਰਿਲੇਟਡ ਸਾਡੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਹੋ ਸਕਦੀਆਂ ਨੇ। ਸੋ ਇਹ ਜਿਹੜੀਆਂ ਸੈਂਟਰਲ ਪ੍ਰੋਬਲਮ ਆਫ ਇਕੋਨਮੀ ਨੇ ਇਹ ਸਾਡੀ ਇਕੋਨਮੀ ਦੇ ਵਿੱਚ ਪੈਦਾ ਹੁੰਦੀਆਂ ਨੇ। ਸੋ ਇਹਨਾਂ ਦੇ ਕਾਰਨ ਕੀ ਨੇ? ਬੇਸਿਕਲੀ ਸਾਡੇ ਕੋਲ 3 ਕਾਰਨ ਹੁੰਦੇ ਨੇ। ਫਸਟ ਵਨ ਕੀ ਹੁੰਦਾ ਹੈ ਕਿ ਸਾਡੀਆਂ ਵਾਂਟਸ ਨੇ ਜਿਹੜੀਆਂ ਉਹ ਕੀ ਨੇ? ਅਨਲਿਮਟਡ ਨੇ। ਠੀਕ ਹੈ, ਵਾਂਟਸ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਨੇ ਔਰ ਸਾਡੇ ਕੋਲ ਰਿਸੋਰਸਿਸ ਨੇ ਜਿਹੜੇ ਉਹ ਕੀ ਨੇ? ਰਿਸੋਰਸਿਸ ਨੇ ਜਿਹੜੇ ਉਹ ਕੀ ਨੇ? ਲਿਮਟਡ ਨੇ। ਠੀਕ ਹੈ, ਬੇਸਿਕਲੀ ਇਹ 3 ਕਾਰਨ ਹੁੰਦੇ ਨੇ ਪ੍ਰੋਬਲਮਸ ਦੇ। ਵਾਂਟਸ ਸਾਡੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ, ਸਾਡੇ ਕੋਲ ਸਾਧਨ ਨੇ ਜਿਹੜੇ ਉਹ ਸੀਮਿਤ ਹੁੰਦੇ ਨੇ। ਤੀਸਰੀ ਚੀਜ਼ ਕਿ ਅਸੀਂ ਕੀ ਹੈ, ਸਾਧਨਾਂ ਦਾ ਕੀ ਹੈ, ਅਲਟਰਨੇਟਿਵ ਯੂਜ਼ ਆ ਜਿਹੜਾ ਉਹ ਕਰਦੇ ਹੈਗੇ ਆ। ਅਲਟਰਨੇਟਿਵ ਯੂਜ਼ ਦਾ ਮਤਲਬ ਕਿ ਅਸੀਂ ਇੱਕ ਸਾਧਨ ਨੂੰ ਇੱਕ ਤੋਂ ਵੱਧ ਪ੍ਰਯੋਗਾਂ ਦੇ ਵਿੱਚ ਲੈ ਕੇ ਆਉਣੇ ਆ, ਜਿਸ ਕਰਕੇ ਉਹਦੀ ਵਰਤੋਂ ਹੈ ਜਿਹੜੀ ਉਹ ਵੱਧ ਜਾਂਦੀ ਹੈਗੀ। ਠੀਕ ਹੈ, ਜ਼ਰੂਰਤਾਂ ਬਹੁਤ ਜ਼ਿਆਦਾ ਨੇ, ਸਾਧਨਾਂ ਦੀ ਅਸੀਂ ਵਰਤੋਂ ਹੈ ਜਿਹੜੀ ਉਹ ਅਲਟਰਨੇਟਿਵ ਕਰ ਰਹੇ ਹੈਗੇ ਆ, ਬਟ ਸਾਧਨ ਨੇ ਸਾਡੇ ਕੋਲ ਉਹ ਕੀ ਨੇ? ਲਿਮਟਡ ਨੇ। ਸੋ ਇਸ ਕਰਕੇ ਇਕੋਨਮੀ ਦੇ ਵਿੱਚ ਸਾਡੇ ਕੋਲ ਪ੍ਰੋਬਲਮਸ ਪੈਦਾ ਹੁੰਦੀਆਂ ਨੇ ਕਿ ਅਸੀਂ ਕਿਵੇਂ ਪ੍ਰੋਡਿਊਸ ਕਰੀਏ, ਅਸੀਂ ਕਿਹੜੀਆਂ ਚੀਜ਼ਾਂ ਬਣਾਈਏ, ਅਸੀਂ ਇਨਕਮ ਦੀ ਡਿਸਟਰੀਬਿਊਸ਼ਨ ਕਿਵੇਂ ਕਰੀਏ। ਸੋ ਬੇਸਿਕਲੀ ਜਿਹੜੀਆਂ ਸੈਂਟਰਲ ਪ੍ਰੋਬਲਮਸ ਨੇ ਉਹ ਇਹਨਾਂ 3 ਕਾਰਨਾਂ ਕਰਕੇ ਸਾਡੇ ਕੋਲ ਪੈਦਾ ਹੁੰਦੀਆਂ ਨੇ। ਸਾਡੀਆਂ ਅਨਲਿਮਟਡ ਵਾਂਟਸ ਕਰਕੇ, ਸਾਡੇ ਰਿਸੋਰਸਿਸ ਨੇ ਜਿਹੜੇ ਉਹ ਲਿਮਟਡ ਨੇ ਉਹਦੇ ਕਰਕੇ, ਔਰ ਤੀਸਰਾ ਕੀ ਹੈ ਕਿ ਅਸੀਂ ਆਪਦੇ ਰਿਸੋਰਸਿਸ ਦਾ ਬਹੁਤ ਅਲਟਰਨੇਟਿਵ ਯੂਜ਼ ਹੈ ਜਿਹੜਾ ਉਹ ਕਰਦੇ ਹੈਗੇ। ਸੋ ਸਾਡੇ ਕੋਲ ਬੇਸਿਕਲੀ 3 ਪ੍ਰੋਬਲਮਸ ਨੇ ਜਿਹੜੀਆਂ ਉਹ ਆਉਂਦੀਆਂ ਨੇ। ਇਹ ਜਿਹੜੀਆਂ ਪ੍ਰੋਬਲਮਸ ਨੇ ਇਹ ਸਾਨੂੰ ਦਿੱਤੀਆਂ ਹੈਗੀਆਂ ਨੇ ਸਮਿਊਲਸਨ ਨੇ, ਇਸ ਚੀਜ਼ ਨੂੰ ਤੁਸੀਂ ਨੋਟ ਕਰ ਸਕਦੇ ਹੋ। ਥੀਸ 3 ਪ੍ਰੋਬਲਮਸ ਆਰ ਗਿਵਨ ਬਾਏ ਸਮਿਊਲਸਨ। ਸੋ ਫਸਟ ਵਨ ਇਜ਼ ਵਟ ਟੂ ਪ੍ਰੋਡਿਊਸ। ਪਹਿਲੀ ਸਾਡੀ ਪ੍ਰੋਬਲਮ ਇਹ ਹੈ ਵਟ ਟੂ ਪ੍ਰੋਡਿਊਸ, ਮਤਲਬ ਕੀ ਪੈਦਾ ਕੀਤਾ ਜਾਵੇ। ਦੂਜੀ ਪ੍ਰੋਬਲਮ ਹੈ ਸਾਡੀ ਹਾਊ ਟੂ ਪ੍ਰੋਡਿਊਸ, ਮਤਲਬ ਕਿਵੇਂ ਪ੍ਰੋਡਿਊਸ ਕੀਤਾ ਜਾਵੇ, ਚੀਜ਼ਾਂ ਨੂੰ ਅਸੀਂ ਕਿਵੇਂ ਪੈਦਾ ਕਰੀਏ, ਕਿਹੜੇ ਤਰੀਕਿਆਂ ਨਾਲ ਪੈਦਾ ਕਰੀਏ। ਤੀਸਰੀ ਜਿਹੜੀ ਸਾਡੀ ਪ੍ਰੋਬਲਮ ਹੈ ਉਹ ਹੈਗੀ ਆ ਫॉर ਹੋਮ ਟੂ ਪ੍ਰੋਡਿਊਸ, ਕਿ ਅਸੀਂ ਕਿਹਦੇ ਵਾਸਤੇ ਪ੍ਰੋਡਿਊਸ ਕਰੀਏ। ਇਹ ਜਿਹੜੀ ਸਾਡੀ ਪ੍ਰੋਬਲਮ ਹੈ ਇਹ ਸਾਡੀ ਜੁੜੀ ਹੋਈ ਹੈ ਡਿਸਟਰੀਬਿਊਸ਼ਨ ਦੇ ਨਾਲ। ਡਿਸਟਰੀਬਿਊਸ਼ਨ ਜਿਹਨੂੰ ਅਸੀਂ ਵੰਡ ਕਹਿ ਦਿੰਦੇ ਹੈਗੇ। ਠੀਕ ਹੈ, ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਸੋ ਪਹਿਲੀ ਵਟ ਟੂ ਪ੍ਰੋਡਿਊਸ, ਕੀ ਪ੍ਰੋਡਿਊਸ ਕੀਤਾ ਜਾਵੇ। ਕੀ ਪ੍ਰੋਡਿਊਸ ਦਾ ਮਤਲਬ ਕਿ ਅਸੀਂ ਕੈਪੀਟਲ ਗੁੱਡਸ ਨੂੰ ਪੈਦਾ ਕਰੀਏ ਕਿ ਅਸੀਂ ਕੰਜ਼ਿਊਮਰ ਗੁੱਡਸ ਨੂੰ ਪੈਦਾ ਕਰੀਏ। ਕੈਪੀਟਲ ਗੁੱਡਸ ਜਿਹਨੂੰ ਅਸੀਂ ਪੂੰਜੀਵਾਦੀ ਵਸਤੂਆਂ ਕਹਿ ਦਿੰਦੇ ਹਾਂ ਔਰ ਕੰਜ਼ਿਊਮਰ ਗੁੱਡਸ ਜਿਹਨੂੰ ਅਸੀਂ ਉਪਭੋਗਤਾ ਵਸਤੂਆਂ ਕਹਿ ਦਿੰਦੇ ਹਾਂ। ਕੈਪੀਟਲ ਗੁੱਡਸ ਅਗਰ ਅਸੀਂ ਜ਼ਿਆਦਾ ਪ੍ਰੋਡਿਊਸ ਕਰਦੇ ਹਾਂ ਤਾਂ ਸਾਨੂੰ ਕੰਜ਼ਿਊਮਰ ਗੁੱਡਸ ਘੱਟ ਕਰਨੀਆਂ ਪੈਣਗੀਆਂ। ਅਗਰ ਅਸੀਂ ਕੰਜ਼ਿਊਮਰ ਗੁੱਡਸ ਵੱਧ ਪੈਦਾ ਕਰਦੇ ਹਾਂ ਤਾਂ ਸਾਨੂੰ ਕੈਪੀਟਲ ਗੁੱਡਸ ਨੇ ਜਿਹੜੀਆਂ ਉਹ ਘੱਟ ਕਰਨੀਆਂ ਪੈਣਗੀਆਂ। ਦੋਨਾਂ ਦਾ ਇਕੋਨਮੀ ਦੇ ਵਿੱਚ ਕੀ ਫਾਇਦਾ ਹੈ? ਕੰਜ਼ਿਊਮਰ ਗੁੱਡਸ ਨੇ ਜਿਹੜੀਆਂ ਉਹ ਵੈਲਫੇਅਰ ਨਾਲ ਜੁੜੀਆਂ ਹੋਈਆਂ ਨੇ। ਕੰਜ਼ਿਊਮਰ ਗੁੱਡਸ ਜੋ ਆਮ ਲੋਕਾਂ ਨੂੰ ਸਾਨੂੰ ਡੇਲੀ ਲਾਈਫ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਰੂਰੀ ਹੁੰਦੀਆਂ ਨੇ। ਕੈਪੀਟਲ ਗੁੱਡਸ ਜਿਹੜੀਆਂ ਇਕੋਨਮੀ ਦੀ ਗਰੋਥ ਅਤੇ ਡਿਵੈਲਪਮੈਂਟ ਨੂੰ ਇਨਕਰੀਜ਼ ਕਰਦੀਆਂ ਨੇ। ਠੀਕ ਹੈ, ਜਿਵੇਂ ਅਸੀਂ ਇਨਵੈਸਟਮੈਂਟ ਕਰਦੇ ਹਾਂ, ਨਵੀਆਂ ਮਸ਼ੀਨਸ ਲਾਉਂਦੇ ਹਾਂ, ਨਵੀਆਂ ਫੈਕਟਰੀਜ਼ ਲਾਉਂਦੇ ਹਾਂ। ਠੀਕ ਹੈ, ਉਹ ਕੈਪੀਟਲ ਗੁੱਡਸ ਦੇ ਵਿੱਚ ਆ ਜਾਂਦੀਆਂ ਹੈਗੀਆਂ ਨੇ। ਔਰ ਕੰਜ਼ਿਊਮਰ ਗੁੱਡਸ ਦੇ ਵਿੱਚ ਜੋ ਲੋਕਾਂ ਨੂੰ ਜਿਉਂਦੇ ਰਹਿਣ ਵਾਸਤੇ, ਸਾਡੀ ਜ਼ਿੰਦਗੀ ਨੂੰ ਚਲਾਉਣ ਦੇ ਵਾਸਤੇ, ਹੈ ਨਾ, ਜੀਵਨ ਨਿਰਬਾਹ ਦੇ ਵਾਸਤੇ ਜੋ ਸਾਨੂੰ ਚੀਜ਼ਾਂ ਨੇ ਜਿਹੜੀਆਂ ਉਹ ਚਾਹੀਦੀਆਂ ਹੁੰਦੀਆਂ ਨੇ। ਸੋ ਇਹ ਸਭ ਤੋਂ ਪਹਿਲੀ ਇਕੋਨਮੀ ਦੀ ਪ੍ਰੋਬਲਮ ਹੈ ਕਿ ਅਸੀਂ ਜ਼ਿਆਦਾ ਮਾਤਰਾ ਵਿੱਚ ਕਿਹਨੂੰ ਪੈਦਾ ਕਰੀਏ। ਅਸੀਂ ਇੱਥੇ ਜ਼ਿਆਦਾ ਮਾਤਰਾ ਵਿੱਚ ਚੀਜ਼ਾਂ ਪੈਦਾ ਕਰੀਏ ਜਾਂ ਫਿਰ ਅਸੀਂ ਇੱਥੇ ਪੈਦਾ ਕਰੀਏ। ਜਿੱਥੇ ਵੀ ਅਸੀਂ ਵੱਧ ਪੈਦਾ ਕਰਾਂਗੇ ਸਾਨੂੰ ਦੂਸਰੀ ਹੈ ਜਿਹੜੀ ਉਹ ਘੱਟ ਕਰਨੀ ਪਏਗੀ। ਠੀਕ ਹੈ, ਫਰਦਰ ਇਸੇ ਪ੍ਰੋਬਲਮ ਨੂੰ ਹੀ ਆਪਾਂ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਦੀ ਹੈਲਪ ਨਾਲ ਵੀ ਆਪਾਂ ਇਹਨੂੰ ਦਿਖਾਵਾਂਗੇ। ਸੋ ਆਪਾਂ ਆਪਣੀ ਨੈਕਸਟ ਟੌਪਿਕ ਦੇ ਵਿੱਚ ਉਹਨੂੰ ਕਰਾਂਗੇ। ਸੋ ਫਸਟ ਪ੍ਰੋਬਲਮ ਸਾਡੀ ਇਹ ਹੈ। ਬੇਸਿਕਲੀ ਇਹ ਪ੍ਰੋਬਲਮ ਕਾਹਦੇ ਨਾਲ ਜੁੜੀ ਹੋਈ ਹੈ? ਦੈਟ ਇਜ਼ ਅ ਚੋਇਸ ਆਫ ਗੁੱਡਸ, ਅਸੀਂ ਕਿਹੜੀਆਂ ਚੀਜ਼ਾਂ ਪੈਦਾ ਕਰੀਏ। ਸੋ ਸੈਕਿੰਡ ਹੈ
ਸਾਡੀ ਜਿਹੜੀ ਪ੍ਰੋਬਲਮ ਹੈ दैट इज़ हाउ टू प्रोड्यूस कि ਅਸੀਂ ਕਿਵੇਂ ਪ੍ਰੋਡਕਸ਼ਨ ਕਰੀਏ। ਪਹਿਲਾਂ ਅਸੀਂ ਇਹ ਡਿਸਾਈਡ ਕਰ ਲਿਆ ਕਿ ਅਸੀਂ ਕੀ ਪੈਦਾ ਕਰੀਏ। ਹੁਣ ਸਾਡੇ ਕੋਲ ਦੂਜੀ ਸਮੱਸਿਆ ਇਹ ਆਉਂਦੀ ਹੈ ਕਿ ਅਸੀਂ ਕਿਵੇਂ ਪੈਦਾ ਕਰੀਏ। ਕਿਵੇਂ ਦਾ ਮਤਲਬ ਹੈ ਕਿ ਅਸੀਂ ਮਸ਼ੀਨਾਂ ਦੀ ਹੈਲਪ ਨਾਲ ਸਾਰਾ ਕੁਝ ਕਰੀਏ ਜਾਂ ਫਿਰ ਅਸੀਂ ਲੇਬਰ ਦੀ ਹੈਲਪ ਨਾਲ ਕਰੀਏ, ਹੈ ਨਾ, ਜਿਹਨੂੰ ਅਸੀਂ ਹਿਊਮਨ ਰਿਸੋਰਸ ਕਹਿ ਦਿੰਦੇ ਹੈਗੇ। ਜਦੋਂ ਅਸੀਂ ਮਸ਼ੀਨਾਂ ਦੀ ਵਰਤੋਂ ਕਰਦੇ ਹੈਗੇ ਹਾਂ, ਨੋ ਡਾਊਟ ਕਿ ਉੱਥੇ ਵੀ ਸਾਨੂੰ ਲੇਬਰ ਹੈ ਜਿਹੜੀ ਉਹ ਨਾਲ ਚਾਹੀਦੀ ਹੁੰਦੀ ਹੈ, ਬਟ ਉਨੀ ਨਹੀਂ ਚਾਹੀਦੀ ਹੁੰਦੀ ਗੀ। ਜੇ ਮੰਨ ਲਓ ਅਸੀਂ 80% ਮਸ਼ੀਨਾਂ ਦਾ ਯੂਜ਼ ਕਰ ਰਹੇ ਹਾਂ ਤਾਂ ਸਾਨੂੰ 20% ਲੇਬਰ ਚਾਹੀਦੀ ਹੁੰਦੀ ਹੈ ਨਾ। ਜਿਵੇਂ ਸਪੋਜ਼ ਕਿ ਕੱਪੜਾ ਬਣਾਉਣ ਦੀ ਕੋਈ ਫੈਕਟਰੀ ਹੈ ਤਾਂ ਕੰਮ ਹੈ ਜਿਹੜਾ ਉਹ ਮਸ਼ੀਨਾਂ ਦੁਆਰਾ ਕੀਤਾ ਜਾ ਰਿਹਾ, ਬਟ ਲੇਬਰ ਹੈ ਜਿਹੜੀ ਉਹ ਕੱਪੜੇ ਨੂੰ ਪੈਕ ਕਰਨ ਦੇ ਵਿੱਚ ਇਸ ਤਰੀਕੇ ਦੇ ਨਾਲ ਉਹ ਯੂਜ਼ ਕੀਤੀ ਜਾ ਸਕਦੀ ਹੈ। ਸੋ ਅਗਰ ਅਸੀਂ ਕੈਪੀਟਲ ਇੰਟੈਂਸਿਵ ਯੂਜ਼ ਕਰਦੇ ਹਾਂ ਤਾਂ ਇੱਥੇ ਮਸ਼ੀਨਾਂ ਦੀ ਵਰਤੋਂ ਜ਼ਿਆਦਾ ਹੋਏਗੀ, ਬਟ ਲੇਬਰ ਹੈ ਜਿਹੜੀ ਉਹ ਘੱਟ ਮਾਤਰਾ ਵਿੱਚ ਹੋਏਗੀ। ਅਗਰ ਅਸੀਂ ਲੇਬਰ ਇੰਟੈਂਸਿਵ ਯੂਜ਼ ਕਰਦੇ ਹਾਂ, ਮਤਲਬ ਕਿ ਇੱਥੇ ਕੀ ਹੈ, ਅਸੀਂ ਲੇਬਰ ਹੈ ਜਿਹੜੀ ਕਾਮੇ ਨੇ ਜਿਹੜੇ ਉਹ ਹਾਇਰ ਕਰ ਰਹੇ ਹੈਗੇ ਆ। ਸੋ ਸਾਰਾ ਕੰਮ ਹੈ ਜਿਹੜਾ ਉਹ ਹੱਥੀਂ ਕੀਤਾ ਜਾਏਗਾ, ਠੀਕ ਹੈ। ਸੋ ਇਹ ਵੀ ਇਕੋਨਮੀ ਦੀ ਇੱਕ ਵੱਡੀ ਪ੍ਰੋਬਲਮ ਹੈ ਕਿ ਅਸੀਂ ਚੁਆਇਸ ਆਫ ਤਕਨੀਕ ਹੈ ਜਿਹੜੀ ਉਹ ਕੀ ਚੂਜ਼ ਕਰੀਏ। ਸੋ ਬੇਸਿਕਲੀ ਇਹ ਡੀਲ ਕਰਦੀ ਹੈ ਚੁਆਇਸ ਆਫ ਤਕਨੀਕ ਦੇ ਨਾਲ। ਥਰਡ ਹੈ ਫॉर ਹੋਮ ਟੂ ਪ੍ਰੋਡਿਊਸ। ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਕਿਹਦੇ ਵਾਸਤੇ ਪ੍ਰੋਡਿਊਸ ਕਰੀਏ। ਬੇਸਿਕਲੀ ਜਿਹੜੀ ਇਹ ਪ੍ਰੋਬਲਮ ਹੈ ਇਹ ਡੀਲ ਕਰਦੀ ਹੈ ਡਿਸਟ੍ਰੀਬਿਊਸ਼ਨ ਆਫ ਗੁੱਡਸ ਦੇ ਨਾਲ, ਕਿ ਅਸੀਂ ਚੀਜ਼ਾਂ ਦੀ ਵੰਡ ਹੈ ਜਿਹੜੀ, ਐਕਚੁਅਲੀ ਇਹ ਡਿਸਟ੍ਰੀਬਿਊਸ਼ਨ ਦੀ ਪ੍ਰੋਬਲਮ ਹੈ। ਇਹ ਜਿਹੜੀ ਪ੍ਰੋਬਲਮ ਹੈ ਥਰਡ, ਦੈਟ ਇਜ਼ ਡੀਲ ਵਿਦ ਡਿਸਟ੍ਰੀਬਿਊਸ਼ਨ। ਸੋ ਡਿਸਟ੍ਰੀਬਿਊਸ਼ਨ ਜਿਹਨੂੰ ਅਸੀਂ ਪੰਜਾਬੀ 'ਚ ਵੰਡ ਕਹਿ ਦਿੰਦੇ ਹੈਗੇ ਹਾਂ। ਜਿਵੇਂ ਆਪਾਂ ਪੜ੍ਹਦੇ ਹੈਗੇ ਹਾਂ ਕਿ ਅਸੀਂ ਫੈਕਟਰ ਆਫ ਪ੍ਰੋਡਕਸ਼ਨ ਦੀ ਡਿਸਟ੍ਰੀਬਿਊਸ਼ਨ ਕਰਦੇ ਹਾਂ, ਹੈ ਨਾ। ਸਾਡੇ ਕੋਲ ਲੈਂਡ, ਲੇਬਰ, ਕੈਪੀਟਲ, ਇੰਟਰਪ੍ਰੈਨਿਓਰ ਹੈ। ਸੋ ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ, ਪਰਸਨਲ ਡਿਸਟ੍ਰੀਬਿਊਸ਼ਨ ਔਰ ਸੈਕਿੰਡ ਸਾਡੇ ਕੋਲ ਹੈਗੀ ਆ ਫੰਕਸ਼ਨਲ ਡਿਸਟ੍ਰੀਬਿਊਸ਼ਨ। ਪਰਸਨਲ ਡਿਸਟ੍ਰੀਬਿਊਸ਼ਨ ਮਤਲਬ ਕਿ ਜਿਹੜੇ ਲੋਕ ਨੇ ਜਿਹੜੇ, ਹੈ ਨਾ, ਇੰਡੀਵਿਜੂਅਲ ਤੌਰ 'ਤੇ ਫੈਮਲੀਜ਼ ਦੇ ਵਿੱਚ ਇਨਕਮ ਹੈ ਜਿਹੜੀ ਉਹ ਕਿਵੇਂ ਡਿਸਟ੍ਰੀਬਿਊਟ ਹੋਵੇ। ਬੇਸਿਕਲੀ ਜਿਹੜੀ ਪਰਸਨਲ ਡਿਸਟ੍ਰੀਬਿਊਸ਼ਨ ਹੈ ਇਹ ਡੀਲ ਕਰਦੀ ਹੈਗੀ ਆ ਇਨਕਮ ਇਨਇਕੁਐਲਿਟੀ ਦੇ ਨਾਲ, ਕਿ ਅਸੀਂ ਇਨਕਮ ਇਨਇਕੁਐਲਿਟੀ ਨੂੰ ਘੱਟ ਕਰਕੇ, ਆਮਦਨ ਅਸਮਾਨਤਾ ਨੂੰ ਘੱਟ ਕਰਕੇ ਇਕੁਐਲਿਟੀ ਕਿਵੇਂ ਲੈ ਕੇ ਆਉਣੀ ਹੈ। ਜਿਹੜੀ ਸਾਡੇ ਕੋਲ ਫੰਕਸ਼ਨਲ ਡਿਸਟ੍ਰੀਬਿਊਸ਼ਨ ਹੈ ਇਹ ਡੀਲ ਕਰਦੀ ਹੈਗੀ ਆ ਕਿ ਜਿਹੜੇ ਸਾਡੇ ਕੋਲ ਫੈਕਟਰ ਆਫ ਪ੍ਰੋਡਕਸ਼ਨ ਨੇ, ਜਿਵੇਂ ਲੈਂਡ ਹੈ, ਲੇਬਰ ਹੈ, ਕੈਪੀਟਲ ਹੈ, ਇੰਟਰਪ੍ਰੈਨਿਓਰ ਹੈ, ਇਹਨਾਂ ਦੇ ਵਿੱਚ ਅਸੀਂ ਇਨਕਮ ਦੀ ਵੰਡ ਹੈ ਜਿਹੜੀ ਉਹ ਕਿਵੇਂ ਕਰ ਰਹੇ ਹੈਗੇ ਆ, ਠੀਕ ਹੈ। ਸੋ ਬੇਸਿਕਲੀ ਇਹ ਹੈ ਜਿਹੜੀ ਉਹਦੇ ਨਾਲ ਜੁੜੀ ਹੋਈ ਹੈ। ਸੋ ਇਹ ਵੀ ਇਕੋਨਮੀ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਉਹ ਹੈਗੀ ਹੈ। ਸੋ ਇਹ ਮੇਨ ਸਾਡੇ ਕੋਲ 3 ਪ੍ਰੋਬਲਮਸ ਨੇ ਜਿਹੜੀਆਂ ਉਹ ਇਕੋਨਮੀ ਦੇ ਵਿੱਚ ਆਉਂਦੀਆਂ ਹੈਗੀਆਂ ਨੇ। ਇਸ ਤੋਂ ਇਲਾਵਾ ਦੋਸਤੋ ਸਾਡੇ ਕੋਲ 2 ਹੋਰ ਅਸੀਂ ਪ੍ਰੋਬਲਮਸ ਦੀ ਗੱਲ ਕਰਦੇ ਹੈਗੇ ਹਾਂ, ਜੋ ਸਮਿਊਲਸਨ ਤੋਂ ਇਲਾਵਾ ਸਾਨੂੰ ਸਟਿਗਲਰ ਤੇ ਲੈਫਟ ਵਿੱਚ ਹੈ ਜਿਹੜਾ ਉਹਨੇ ਇਹ ਪ੍ਰੋਬਲਮਸ ਨੇ ਜਿਹੜੀਆਂ ਉਹ ਸਾਨੂੰ ਦਿੱਤੀਆਂ ਨੇ। ਸੋ ਇਹ ਜਿਹੜੀਆਂ ਸਾਡੇ ਕੋਲ 2 ਪ੍ਰੋਬਲਮਸ ਹੋਰ ਨੇ ਇਹ ਸਾਨੂੰ ਸਟਿਗਲਰ ਤੇ ਲੈਫਟ ਵਿੱਚ ਨੇ ਦਿੱਤੀਆਂ ਨੇ। ਸੋ ਇਹਦੇ ਵਿੱਚ ਹੈਗਾ ਹਾਊ ਟੂ ਅਚੀਵ ਫੁੱਲਰ ਯੂਟੀਲਾਈਜੇਸ਼ਨ ਆਫ ਰਿਸੋਰਸਿਸ, ਕਿ ਜਿਹੜੇ ਸਾਡੇ ਕੋਲ ਸਾਧਨ ਨੇ ਉਹਨਾਂ ਦਾ ਪੂਰਨ ਉਪਯੋਗ ਹੈ ਜਿਹੜਾ ਉਹ ਕਿਵੇਂ ਕੀਤਾ ਜਾਵੇ। ਕਿਉਂਕਿ ਅਗਰ ਅਸੀਂ ਸਾਧਨਾਂ ਦਾ ਪੂਰਨ ਉਪਯੋਗ ਨਹੀਂ ਕਰਾਂਗੇ ਤਾਂ ਸਾਡੇ ਕੋਲ ਕੀ ਹੈ, ਪੂਰੀ ਪ੍ਰੋਡਕਸ਼ਨ ਕਪੈਸਿਟੀ ਹੈ ਜਿਹੜੀ ਉਹ ਨਹੀਂ ਆਏਗੀ, ਆਊਟਪੁੱਟ ਹੈ ਜਿਹੜੀ ਉਹ ਘੱਟ ਰਹੇਗੀ, ਤਾਂ ਫਰਦਰ ਇਕੋਨਮੀ ਹੈ ਜਿਹੜੀ ਉਹਦੇ ਵਿੱਚ ਇਨਕਮ ਜਨਰੇਸ਼ਨ ਦੇ ਵਿੱਚ ਪ੍ਰੋਬਲਮ ਹੈ ਜਿਹੜੀ ਉਹ ਆਉਂਦੀ ਹੈਗੀ। ਸੋ ਇਹ ਇਨਕਮ ਜਨਰੇਸ਼ਨ ਪ੍ਰੋਬਲਮ ਹੈ ਜਿਹੜੀ ਉਹ ਫਰਦਰ ਗਰੋਥ ਐਂਡ ਡਿਵੈਲਪਮੈਂਟ ਹੈ ਜਿਹੜੀ ਉਹਨੂੰ ਲੋ ਕਰਦੀ ਹੈਗੀ ਆ। ਸੋ ਇਸ ਲਈ ਜ਼ਰੂਰੀ ਹੈ ਕਿ ਜਿਹੜੇ ਵੀ ਸਾਡੇ ਕੋਲ ਰਿਸੋਰਸਿਸ ਹੈਗੇ ਨੇ ਅਸੀਂ ਉਹਨਾਂ ਦਾ ਪ੍ਰੋਪਰ ਯੂਜ਼ ਹੈ ਜਿਹੜਾ ਉਹ ਕਰੀਏ। ਕੋਈ ਵੀ ਸਾਧਨ ਹੈ ਜਿਹੜਾ ਉਹ ਅੰਡਰ ਯੂਟੀਲਾਈਜ਼ ਹੈ ਜਿਹੜਾ ਉਹ ਨਹੀਂ ਰਹਿਣਾ ਚਾਹੀਦਾ ਹੈਗਾ। ਸੋ ਇਹ ਵੀ ਇਕੋਨਮੀ ਦੀ ਇੱਕ ਪ੍ਰੋਬਲਮ ਹੈ ਕਿ ਅਸੀਂ ਸਾਰੇ ਸਾਧਨਾਂ ਦਾ ਪ੍ਰੋਪਰ ਯੂਜ਼ ਹੈ ਜਿਹੜਾ ਉਹ ਕਿਵੇਂ ਕਰੀਏ। ਕਈ ਵਾਰ ਇੱਦਾਂ ਹੁੰਦਾ ਹੈ ਕਿ ਜੋ ਸਾਡੇ ਕੋਲ ਲੈਂਡ ਹੁੰਦੀ ਹੈ ਜਾਂ ਸਾਡੇ ਕੋਲ ਫੈਕਟਰੀਜ਼ ਹੁੰਦੀਆਂ ਨੇ ਉਹ ਬੰਦ ਪਈਆਂ ਰਹਿੰਦੀਆਂ ਨੇ, ਜਾਂ ਕਈ ਵਾਰ ਸਾਡੇ ਕੋਲ ਸਕਿਲਡ ਲੇਬਰ ਵੀ ਹੁੰਦੀ ਹੈਗੀ ਹੈ ਬਟ ਪ੍ਰੋਪਰ ਇੰਪਲੋਇਮੈਂਟ ਓਪਰਚੁਨਿਟੀਜ਼ ਨਾ ਹੋਣ ਕਰਕੇ, ਹੈ ਨਾ, ਉਹ ਸਕਿੱਲ ਹੈ ਜਿਹੜੀ ਉਹਨਾਂ ਦੀ ਉੱਦਾਂ ਹੀ ਰਹਿ ਜਾਂਦੀ ਹੈਗੀ ਹੈ। ਸੋ ਇਹ ਜ਼ਰੂਰੀ ਹੈਗਾ ਆ ਕਿ ਜੋ ਵੀ ਸਾਡੇ ਕੋਲ ਰਿਸੋਰਸਿਸ ਨੇ, ਚਾਹੇ ਉਹ ਫੈਕਟਰੀਜ਼ ਦੇ ਰੂਪ ਵਿੱਚ ਨੇ, ਚਾਹੇ ਉਹ ਕੈਪੀਟਲ ਦੇ ਰੂਪ ਵਿੱਚ ਨੇ, ਚਾਹੇ ਉਹ ਹਿਊਮਨ ਰਿਸੋਰਸਿਸ ਦੇ ਰੂਪ ਵਿੱਚ ਨੇ, ਉਹਨਾਂ ਦਾ ਸਾਨੂੰ ਪ੍ਰੋਪਰ ਯੂਟੀਲਾਈਜੇਸ਼ਨ ਹੈ ਜਿਹੜਾ ਉਹ ਕਰਨਾ ਚਾਹੀਦਾ ਹੈਗਾ। ਨੈਕਸਟ ਜਿਹੜੀ ਪ੍ਰੋਬਲਮ ਹੈਗੀ ਆ ਦੈਟ ਇਜ਼ ਹਾਊ ਟੂ ਅਚੀਵ ਗਰੋਥ ਆਫ ਰਿਸੋਰਸਿਸ। ਬੇਸਿਕਲੀ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਇਹ ਸਾਡੀ ਜੁੜੀ ਹੋਈ ਹੈ ਪ੍ਰੋਡਕਸ਼ਨ ਦੇ ਨਾਲ, ਕਿ ਪ੍ਰੋਡਕਸ਼ਨ ਹੈ ਜਿਹੜੀ ਉਹਨੂੰ ਕਿਵੇਂ ਇਨਕਰੀਜ਼ ਕੀਤਾ ਜਾਵੇ। ਬੇਸਿਕਲੀ ਜਿਹੜੀ ਇਹ ਪ੍ਰੋਬਲਮ ਜੁੜੀ ਹੋਈ ਹੈ ਇਹ ਪ੍ਰੋਡਕਸ਼ਨ ਇਨਕਰੀਮੈਂਟ ਦੇ ਨਾਲ ਜੁੜੀ ਹੋਈ ਹੈ, ਕਿ ਪ੍ਰੋਡਕਸ਼ਨ ਹੈ ਜਿਹੜੀ ਉਹਨੂੰ ਅਸੀਂ ਕਿਵੇਂ ਇਨਕਰੀਜ਼ ਕਰ ਸਕਦੇ ਹੈਗੇ ਆ। ਕਿਉਂਕਿ ਅਗਰ ਪ੍ਰੋਡਕਸ਼ਨ ਇਨਕਰੀਜ਼ ਹੋਏਗੀ ਤਾਂ ਓਬਵੀਅਸ ਜੀ ਗੱਲ ਹੈ ਇੰਪਲੋਇਮੈਂਟ ਜਨਰੇਟ ਹੋਏਗਾ, ਡਿਮਾਂਡ ਹੈ ਜਿਹੜੀ ਉਹਦੇ ਉੱਪਰ ਫਰਕ ਪਏਗਾ। ਫਰਦਰ ਜਿਹੜੇ ਸਾਡੇ ਕੋਲ ਰਿਸੋਰਸਿਸ ਨੇ, ਸਾਡੀ ਪਰ ਕੈਪੀਟਾ ਇਨਕਮ ਹੈ ਜਿਹੜੀ, ਨੈਸ਼ਨਲ ਇਨਕਮ ਹੈ ਜਿਹੜੀ ਉਹ ਇਨਕਰੀਜ਼ ਹੋਏਗੀ।
ਕਿਉਂਕਿ ਇਕੋਨਮੀ ਦੇ ਵਿੱਚ ਜਿਹੜੀ ਸਾਡੀ ਪ੍ਰੋਡਕਸ਼ਨ ਹੈ ਉਹੀ ਹੈ ਜਿਹੜੀ ਉਹ ਇਕੋਨਮੀ ਦਾ ਫਰਦਰ ਇਨਕਰੀਮੈਂਟ ਕਰਨ ਦੇ ਲਈ ਜਾਂ ਫਰਦਰ ਗਰੋ ਕਰਨ ਦੇ ਵਾਸਤੇ ਪ੍ਰੋਡਕਸ਼ਨ ਹੈ ਜਿਹੜੀ ਉਹ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ। ਫਰਦਰ ਜਦੋਂ ਆਪਾਂ ਮੈਕਰੋ ਇਕਨੋਮਿਕਸ ਦੇ ਵਿੱਚ ਵੀ ਆਪਾਂ ਟੌਪਿਕਸ ਪੜ੍ਹਾਂਗੇ ਜਿਹੜੇ ਨੈਸ਼ਨਲ ਇਨਕਮ ਐਗਰੀਗੇਟਸ ਨੇ, ਉਹਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਡਿਸਕਸ ਕਰਦੇ ਹਾਂ ਕਿ ਪ੍ਰੋਡਕਸ਼ਨ ਹੈ ਜਿਹੜੀ ਦੈਟ ਇਜ਼ ਵੈਰੀ ਇੰਪੋਰਟੈਂਟ ਇਕੋਨਮੀ ਨੂੰ ਗਰੋ ਕਰਨ ਦੇ ਵਿੱਚ। ਉਹ ਆਪਣਾ ਇੱਕ ਬਹੁਤ ਇੰਪੋਰਟੈਂਟ ਰੋਲ ਹੈ ਜਿਹੜਾ ਉਹ ਪਲੇ ਕਰਦੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਗਰੋਥ ਹੈ ਜਿਹੜੀ ਰਿਸੋਰਸਿਸ ਦੀ, ਹਾਊ ਟੂ ਅਚੀਵ ਦਾ ਗਰੋਥ ਆਫ ਰਿਸੋਰਸਿਸ, ਮਤਲਬ ਪ੍ਰੋਡਕਸ਼ਨ ਹੈ ਜਿਹੜੀ ਉਹਨੂੰ ਅਸੀਂ ਕਿਵੇਂ ਇਨਕਰੀਜ਼ ਕਰ ਸਕਦੇ ਹੈਗੇ ਹਾਂ, ਕਿਸ ਤਰੀਕੇ ਨਾਲ ਅਸੀਂ ਨਵੀਂ ਟੈਕਨੀਕ ਯੂਜ਼ ਕਰ ਸਕਦੇ ਹੈਗੇ ਹਾਂ, ਪ੍ਰੋਡਕਸ਼ਨ ਦੇ ਨਵੇਂ ਤਰੀਕੇ ਨੇ ਜਿਹੜੇ ਉਹ ਲਿਆ ਸਕਦੇ ਹੈਗੇ ਹਾਂ। ਇਹਦੇ ਵਾਸਤੇ ਸਾਨੂੰ ਜਿਹੜੀ ਕੈਪੀਟਲ ਫਾਰਮੇਸ਼ਨ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਸਾਰਾ ਕੁਛ ਹੈ ਜਿਹੜਾ ਅਸੀਂ ਕਿਵੇਂ ਕਰਨਾ, ਕਿਵੇਂ ਅਸੀਂ ਇਨਵੈਸਟਮੈਂਟ ਕਰਨੀ ਹੈ ਨਾ, ਕਿਵੇਂ ਅਸੀਂ ਅਗਰ ਕਿਉਂਕਿ ਇਨਵੈਸਟਮੈਂਟ ਜਦੋਂ ਅਸੀਂ ਕਰਦੇ ਹੈਗੇ ਆ ਤਾਂ ਉਹਦੇ ਵਿੱਚ ਵੀ ਸਾਨੂੰ ਫਰਦਰ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ, ਕਿਉਂਕਿ ਇਹ ਮੈਕਰੋ ਇਕਨੋਮਿਕਸ ਦੀ ਅਸਲ ਵਿੱਚ ਟੌਪਿਕ ਆ ਜਾਂਦੇ ਨੇ ਕਿ ਅਗਰ ਅਸੀਂ ਇਨਵੈਸਟਮੈਂਟ ਵੱਲ ਜਾਂਦੇ ਹੈਗੇ ਆ ਤਾਂ ਸਾਨੂੰ ਕੰਜ਼ੰਪਸ਼ਨ ਦਾ ਕੰਪਨਸੇਟ ਕਰਨਾ ਪੈਂਦਾ ਹੈ। ਸੋ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਪ੍ਰੋਬਲਮਸ ਨੇ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ। ਸੋ ਇਹ ਵੀ ਇਕੋਨਮੀ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਅਸੀਂ ਫੁੱਲ ਯੂਟੀਲਾਈਜੇਸ਼ਨ ਹਾਊ ਟੂ ਅਚੀਵ ਗਰੋਥ ਆਫ ਰਿਸੋਰਸਿਸ, ਕਿ ਅਸੀਂ ਪ੍ਰੋਡਕਸ਼ਨ ਹੈ ਜਿਹੜੀ ਉਹਨੂੰ ਕਿਵੇਂ ਇਨਕਰੀਜ਼ ਕਰ ਸਕਦੇ ਹਾਂ, ਅਸੀਂ ਉਹਨੂੰ ਕਿਵੇਂ ਮੇਨਟੇਨ ਕਰਕੇ ਰੱਖ ਸਕਦੇ ਹੈਗੇ ਹਾਂ। ਸੋ ਇਹ ਬੇਸਿਕਲੀ 5 ਨੇ ਜਿਹੜੀਆਂ ਉਹ ਸਾਡੀਆਂ ਇਕਨੋਮਿਕ ਪ੍ਰੋਬਲਮ ਸੀਗੀਆਂ। ਆਈ ਹੋਪ ਕਿ ਇਹ ਤੁਹਾਨੂੰ ਬਹੁਤ ਵਧੀਆ ਸਮਝ ਆਇਆ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਫਰਦਰ ਤੁਸੀਂ ਕਿਹੜੇ ਟੌਪਿਕ ਦੇਖਣਾ ਚਾਹੁੰਦੇ ਹੋ। ਸੋ ਇਹ ਆਪਾਂ 1 ਬਾਏ 1 ਸਾਰੇ ਟੌਪਿਕ ਡਿਸਕਸ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਆਪਾਂ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਹੈ ਜਿਹੜਾ, ਇਹ ਵਾਲਾ ਟੌਪਿਕ ਹੈ ਜਿਹੜਾ ਆਪਾਂ ਡਿਸਕਸ ਕਰਾਂਗੇ, ਜਿਹੜਾ ਇਸੇ ਸੈਂਟਰਲ ਪ੍ਰੋਬਲਮਸ ਦੇ ਨਾਲ ਹੀ ਜੁੜਿਆ ਹੋਇਆ ਹੈਗਾ। ਸੋ ਅਗਰ ਤੁਸੀਂ ਇਕਨੋਮਿਕਸ ਰਿਲੇਟਡ ਜਾਂ ਫਿਰ ਸਟੈਟ ਰਿਲੇਟਡ ਵੀਡੀਓਜ਼ ਦੇਖਣਾ ਚਾਹੁੰਦੇ ਹੈਗੇ ਹੋ, ਮੀਨ, ਮੀਡੀਅਨ, ਮੋਡ, ਤਾਂ ਉਹਨਾਂ ਦਾ ਲਿੰਕ ਹੈ ਜਿਹੜਾ ਉਹ ਵੀ ਮੈਂ ਇਸ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਜ਼ਰੂਰ ਦੇਵਾਂਗੀ। ਸੋ ਤੁਸੀਂ ਮੇਰੇ ਚੈਨਲ ਆਲ ਇਨ ਵਨ ਦੇ ਨਾਲ ਬਣੇ ਰਹੋ। ਥੈਂਕ ਯੂ ਸੋ ਮਚ।